Hey everyone, I'm Ritika from Team Daffodils। ਅੱਜ ਮੈਂ ਸਾਰਿਆਂ ਲਈ ਇੱਕ ਬਹੁਤ ਹੀ ਇੰਪੋਰਟੈਂਟ ਅਪਡੇਟ ਲੈ ਕੇ ਆਈ ਹਾਂ। ਆਮ ਸ਼ੋਰ ਕਿ ਬਹੁਤ ਸਾਰੇ ਬੱਚਿਆਂ ਨੂੰ ਇਹ ਨਿਊਜ਼ ਆਲਰੇਡੀ ਮਿਲ ਚੁੱਕੀ ਹੈ ਕਿ ਕੈਨੇਡਾ ਨੇ ਕੱਲ ਰਾਤੀ ਨਿਊ ਰੂਲਸ ਜਿਹੜੇ ਆਪਣੇ ਚੇਂਜ ਕੀਤੇ ਹੈ। ਆਉਣ ਵਾਲੇ ਸਟੂਡੈਂਟਸ ਲਈ ਜਿਹੜੇ ਵੀ ਚੇਂजेस ਹੋਏ ਹੈ ਉਹ ਕਿਸ ਲਈ ਇਫੈਕਟ ਹੋਣਗੇ, ਕਿੱਦਾਂ ਇਫੈਕਟ ਹੋਣਗੇ, ਕਿਹੜੇ ਕਾਲਜਸ ਉਸ ਕੈਟੇਗਰੀ ਦੇ ਅੰਡਰ ਆਉਂਦੇ। ਇਹਦੇ ਲਈ ਬਹੁਤ ਬੱਚਿਆਂ ਨੂੰ ਕਨਫਿਊਜ਼ਨ ਵੀ ਹੈ। ਸਾਨੂੰ ਬਹੁਤ ਕਾਲਸ ਆ ਰਹੇ ਨੇ ਮਾਰਨਿੰਗ ਦੇ, ਈਵਨ ਬਹੁਤ ਸਟੂਡੈਂਟਸ ਸਾਨੂੰ ਵਿਜ਼ਿਟ ਕਰਕੇ ਵੀ ਜਾ ਚੁੱਕੇ ਨੇ। ਸੋ ਆਈ ਥੌਟ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵੀਡੀਓ ਦੇ ਜ਼ਰੀਏ ਇਹ ਚੀਜ਼ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਕਿ ਰੂਲਸ ਦੇ ਵਿੱਚ ਕੀ ਚੇਂजेस ਹੋਏ ਹਨ, ਉਹਨਾਂ ਦਾ ਫਿਊਚਰ 'ਚ ਹੁਣ ਕੀ ਇਫੈਕਟ ਹੋਣ ਵਾਲਾ ਹੈ। ਸੋ ਯੈਸ, ਕੈਨੇਡਾ ਨੇ 2 ਇਅਰਸ ਦੇ ਲਈ ਆਪਣਾ ਕੈਪਿੰਗ ਸਿਸਟਮ ਸ਼ੁਰੂ ਕੀਤਾ ਹੈ। ਇਹ ਕੈਪਿੰਗ ਬੇਸਿਕਲੀ 3 ਪ੍ਰੋਵਿੰਸਿਸ ਲਈ ਜਿਹੜੀ ਹੈ ਮੇਜਰਲੀ ਕੀਤੀ ਗਈ ਹੈ, ਜੋ ਕਿ ਹੈ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਐਂਡ ਨੋਵਾ ਸਕੋਸ਼ੀਆ। ਨਾਓ ਵਾਈ ਦਿਸ ਕੈਪਿੰਗ ਹੈਜ਼ ਬੀਨ ਡਨ, ਬਹੁਤ ਸਾਰੇ ਸਟੂਡੈਂਟਸ ਤੁਸੀਂ ਜਾਣਦੇ ਹੋ ਆਲਰੇਡੀ, ਤੇ ਜਿਹੜੇ ਗਏ ਹੋਏ ਨੇ ਉਹਨਾਂ ਨੂੰ ਵੀ, ਕਿ ਜਿਹੜੇ ਮੇਨ ਕੈਂਪਸ ਦੇ ਵਿੱਚ ਸਟੂਡੈਂਟਸ ਜਾਂਦੇ ਨੇ ਉਹ ਚੇਂਜ ਕਰਕੇ ਜਾ ਰਹੇ ਸੀ ਕਿ ਇਦਾਂ ਦੇ ਕਾਲਜਸ ਦੇ ਵਿੱਚ ਜਿਹਦੇ ਵਿੱਚ 2 ਜਾਂ 3 ਡੇਜ਼ ਕਲਾਸਿਸ ਲੱਗਦੀ ਸੀਗੀਆਂ ਤੇ ਉਹਨਾਂ ਦੀ ਫੀਸਿਸ ਸੇਮ ਹੁੰਦੀਆਂ ਸੀਗੀਆਂ। ਜਿਹੜਾ ਕਰਿਕੂਲਮ ਸੀ ਉਹ ਮੇਨ ਕਾਲਜਸ ਵਾਲਾ ਸੀਗਾ, ਬਟ ਜਿਹੜਾ ਚਲਾ ਰਹੇ ਸੀਗੇ ਉਹ ਪ੍ਰਾਈਵੇਟ ਕਾਲਜਸ ਸੀਗੇ। ਸੋ ਪਬਲਿਕ ਪ੍ਰਾਈਵੇਟ ਕਰਿਕੂਲਮ ਕਾਲਜਸ ਜਿਹੜੇ ਚਲਾ ਰਹੇ ਸੀਗੇ ਉਹ ਬਿਲਕੁਲ ਬੰਦ ਹੋ ਜਾਣਗੇ, ਸਪੈਸ਼ਲੀ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਐਂਡ ਨੋਵਾ ਸਕੋਸ਼ੀਆ ਦੇ ਵਿੱਚ। ਇਹ ਵਾਲੇ ਕਾਲਜਸ ਦੇ ਬੱਚਿਆਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲੇਗਾ ਜਿਹੜੇ ਸੈਪਟੈਂਬਰ ਤੋਂ ਬਾਅਦ ਉੱਥੇ ਐਨਰੋਲ ਹੋਣਗੇ। ਜਿਨ੍ਹਾਂ ਦੇ ਕੋਰਸਿਸ ਪੈਂਡਿੰਗ ਸੀਗੇ ਕੰਪਲੀਟ ਹੋ ਜਾਣਗੇ, ਜਾਂ ਜਿਹੜੇ ਸੈਪਟੈਂਬਰ ਤੱਕ ਸਟੂਡੈਂਟਸ ਹੋਣਗੇ ਉਹਨਾਂ ਦੇ ਉੱਤੇ ਰੂਲਸ ਐਪਲੀਕੇਬਲ ਨਹੀਂ ਹੋਣਗੇ। ਜਿਹੜੇ ਫਿਊਚਰ ਦੇ ਵਿੱਚ ਉੱਥੇ ਐਨਰੋਲ ਹੋਣਗੇ ਉਹਨਾਂ ਦੇ ਉੱਤੇ ਰੂਲਸ ਐਪਲੀਕੇਬਲ ਹੋਣਗੇ। ਓਕੇ, ਸੋ ਇਫ ਯੂ ਹੈਵ took the course in the same college what I have said in September intake or May intake, try to change your college. Now second rule is कि ਮੈਂ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਡਾਊਟ ਹੈ ਕਿ ਪ੍ਰਾਈਵੇਟ ਕਾਲਜ ਦੇ ਵਿੱਚ ਹੁਣ ਵਰਕ ਪਰਮਿਟ ਨਹੀਂ ਮਿਲੇਗਾ ਐਂਡ ਪ੍ਰਾਈਵੇਟ ਕਾਲਜ ਦੇ ਵਿੱਚ ਜਿਹੜੇ ਪਾਥਵੇ ਸੀਗੇ ਉਹਨਾਂ ਦੇ ਵਿੱਚ ਵਰਕ ਪਰਮਿਟ ਨਹੀਂ ਮਿਲੇਗਾ। ਸੋ ਗਾਇਜ਼, ਯੂ ਆਲਰੇਡੀ ਨੋ ਕਿ ਪ੍ਰਾਈਵੇਟ ਕਾਲਜ ਦੇ ਵਿੱਚ ਤਾਂ ਕਦੇ ਵੀ ਵਰਕ ਪਰਮਿਟ ਮਿਲਦਾ ਹੀ ਨਹੀਂ ਸੀਗਾ। ਸੋ ਦਿਸ ਰੂਲ ਇਜ਼ ਨਾਟ ਐਪਲੀਕੇਬਲ ਔਨ ਪ੍ਰਾਈਵੇਟ ਕਾਲਜਸ। ਪ੍ਰਾਈਵੇਟ ਕਾਲਜ ਤੋਂ ਤਾਂ ਹਮੇਸ਼ਾ ਬੱਚਾ ਚੇਂਜ ਹੀ ਕਰਦਾ ਸੀਗਾ। ਨਾਓ ਦ ਚੇਂਜ ਆਫ ਦ ਕਾਲਜ ਵਿਲ ਮੈਟਰ। ਤੁਸੀਂ ਸੇਮ ਕਾਲਜ ਜੇ ਲੈਂਦੇ ਹੋ ਜਿਹਦੇ ਵਿੱਚ ਪਬਲਿਕ ਪ੍ਰਾਈਵੇਟ ਕਰਿਕੂਲਮ ਐਪਲੀਕੇਬਲ ਹੈ, ਉਹਦੇ ਵਿੱਚ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ। ਬਟ ਇਫ ਯੂ ਆਰ ਗੋਇੰਗ ਫॉर द ਮੇਨ ਕੈਂਪਸ ਆਫ ਦ ਕਾਲਜ, ਫॉर ਐਨ ਐਗਜ਼ਾਮਪਲ ਸੇਂਟ ਕਲੇਅਰ ਕਾਲਜ ਹੈ। ਸੇਂਟ ਕਲੇਅਰ ਕਾਲਜ ਦਾ ਇੱਕ ਮਿਸਿਸਾਗਾ ਕੈਂਪਸ ਹੈ ਵਿਦ ਦ ਨੇਮ ਆਫ ਏਸ ਐਕਚੁਮਨ ਅਕੈਡਮੀ। ਜੇ ਤੁਸੀਂ ਉੱਥੇ ਐਡਮਿਸ਼ਨ ਲੈਂਦੇ ਹੋ, ਯੂ ਵਿਲ ਨਾਟ ਗੈਟ ਦ ਵਰਕ ਪਰਮਿਟ। But if you're taking the admission in the Windsor campus of St. Clair College, definitely you will get the work permit. Alright, so ਇਹ ਚੀਜ਼ ਨੂੰ ਮਾਈਂਡ ਦੇ ਵਿੱਚ ਕਲੀਅਰ ਰੱਖੋ। This will be the thing. Now second point ਜਿਹੜਾ ਹੈਗਾ ਹੈ ਕਿ allocation of the visa category ਜਾਂ ਜਿਹੜੇ ਇੱਕ ਪ੍ਰੋਵਿੰਸ ਵਾਈਜ਼ ਵੀਜ਼ਾਸ ਮਿਲਣਗੇ ਬੱਚਿਆਂ ਨੂੰ, ਉਹ ਕੀ ਚੀਜ਼ ਹੈ। ਹੁਣ ਕੈਨੇਡਾ ਨੇ ਚੀਜ਼ ਕਹੀ ਹੈ ਕਿ ਲਾਸਟ ਈਅਰ ਦੇ ਕੰਪੈਰੀਟਿਵਲੀ ਇਸ ਸਾਲ ਅਸੀਂ 35% ਵੀਜ਼ਾ ਰਿਡਿਊਸ ਕਰਾਂਗੇ। means in the total 3,64,000 all over the world visa ਮਿਲਣਗੇ ਸਿਰਫ international students ਨੂੰ। So if we count on India, then approximately 50% of the student will be Indian in 3,64,000. So approximately 1,80,000 will be Indian students who will get the visa for Canada. Now province wise ਹਰ ਇੱਕ province ਨੂੰ ਕੁਝ visa applications ਅਲਾਟ ਕੀ ਜਾਣਗੀਆਂ। ਫॉर एग्जांपल ਓਨਟਾਰੀਓ ਨੂੰ 50,000 ਹੈ, ਬ੍ਰਿਟਿਸ਼ ਕੋਲੰਬੀਆ ਨੂੰ 40,000 ਹੈ ਐਂਡ ਸਸਕੈਚੁਅਨ ਨੂੰ 20,000 ਹੈ, ਅਲਬਰਟਾ ਨੂੰ 10,000 ਹੈ। ਦਿਸ ਇਜ਼ ਐਨ ਐਗਜ਼ਾਮਪਲ। ਇਦਾਂ ਵੀਜ਼ਾ ਐਲੋਕੇਸ਼ਨਸ ਅਲਾਟ ਕੀਤੀ ਜਾਣਗੀਆਂ ਗਵਰਨਮੈਂਟਸ ਨੂੰ। ਦੈਨ ਗਵਰਨਮੈਂਟ ਕਾਲਜਸ ਨੂੰ ਇੱਕ ਵੀਜ਼ਾ ਐਪਲੀਕੇਸ਼ਨ ਨੰਬਰ ਜਿਹੜਾ ਹੈ ਅਲਾਟ ਕਰੇਗਾ। ਕਾਲਜਸ DLI ਜਿਹੜੇ ਵੀ ਅਪਰੂਵਡ ਨੇ ਸਾਰਿਆਂ ਨੂੰ ਕੁਛ ਨਾ ਕੁਛ ਨੰਬਰਸ ਆਫ ਦਾ ਸਟੂਡੈਂਟ ਮਿਲਣਗੇ ਕਿ ਤੁਸੀਂ ਆਪਣੇ ਕਾਲਜ ਦੇ ਵਿੱਚ ਉਨੇ ਸਟੂਡੈਂਟਸ ਬਿਠਾ ਸਕਦੇ ਹੋ ਤੇ ਉਨੇ ਹੀ ਤੁਸੀਂ ਐਪਲੀਕੇਸ਼ਨਸ ਲਓ। ਫॉर एग्जांपल ਕਿਸੇ ਕਾਲਜ ਦੀ ਕੈਪੈਸਿਟੀ ਹੈ ਕਿ 1000 ਸਟੂਡੈਂਟਸ ਨੂੰ ਬਿਠਾ ਸਕਦਾ ਆਪਣੇ ਕੋਲ, ਸੋ ਉਹਨੂੰ 1200 ਨੰਬਰ ਹੀ ਅਲਾਟ ਹੋਣਗੇ, ਨਾਟ ਮੋਰ ਦੈਨ ਦੈਟ। ਸੋ ਦੈਟ 200 ਦਾ ਉਹ ਗੈਪ ਲੈ ਕੇ ਚੱਲਣਗੇ, 1000 ਵੀਜ਼ਾ ਦੇ ਅਕੋਰਡਿੰਗਲੀ ਲੈ ਕੇ ਚੱਲਣਗੇ। ਇਟ ਵਿਲ ਬੀ ਅ ਗੁੱਡ ਥਿੰਗ, ਕਿਉਂਕਿ ਜਿਹੜੇ ਸਟੂਡੈਂਟਸ ਨੂੰ ਉੱਥੇ ਜਾ ਕੇ ਪ੍ਰੋਬਲਮ ਆਉਂਦੀ ਸੀ, ਜਿਹੜਾ ਲਾਸਟ ਟਾਈਮ ਵੀ ਹੋਇਆ ਸੀਗਾ ਕਿ ਨਾਰਦਰਨ ਪਿਓਰਸ ਕਾਲਜ ਵਾਲੇ ਬੱਚਿਆਂ ਨੂੰ ਵਾਪਸ ਭੇਜਿਆ ਗਿਆ ਸੀਗਾ ਜਾਂ ਉਹਨਾਂ ਦੀ ਸੀਟਸ ਕੈਂਸਲ ਹੋ ਗਈ ਸੀਗੀ ਐਂਡ ਵਾਪਸ ਰਿਫੰਡ ਕੀਤਾ ਗਿਆ ਸੀ। ਸੋ ਉਹ ਵਾਲਾ ਜਿਹੜਾ ਕ੍ਰਾਈਟੇਰੀਆ ਹੁਣ ਉਹ ਖਤਮ ਹੋ ਜਾਏਗਾ, ਕਿਉਂਕਿ ਬਿਕੋਜ਼ ਮੇਨ ਕੈਂਪਸ ਦੇ ਵਿੱਚ ਹੀ ਬੱਚਾ ਜਾਏਗਾ, ਉੱਥੇ ਸੀਟ ਹੋਏਗੀ ਤਾਂ ਹੀ ਉਹਨੂੰ ਵੀਜ਼ਾ ਮਿਲੇਗਾ। ਐਂਡ ਅਲੋਂਗ ਵਿਦ ਦੈਟ ਹੁਣ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਨ ਲਈ ਤੁਹਾਨੂੰ ਪ੍ਰੋਵਿੰਸ ਦੇ ਵੱਲੋਂ ਇੱਕ ਐਕਸੈਪਟੈਂਸ ਲੈਟਰ ਮਿਲੇਗਾ। ਉਸ ਤੋਂ ਬਿਨਾਂ ਤੁਹਾਡੀ ਵੀਜ਼ਾ ਐਪਲੀਕੇਸ਼ਨ ਫਾਈਲ ਅੰਡਰ ਪ੍ਰੋਸੈਸ ਨਹੀਂ ਜਾ ਸਕਦੀ। ਨਾਓ
31 ऑफ मार्च 2024 ਤੋਂ ਪਹਿਲਾਂ ਇਹਦੀ ਅਪਡੇਟ ਕੋਈ ਨਹੀਂ ਆਏਗੀ, ਕਿਉਂਕਿ ਉਸ ਤੋਂ ਬਾਅਦ ਹੀ ਵੀਜ਼ਾ ਐਪਲੀਕੇਸ਼ਨ ਲਾਂਚ ਹੋਏਗੀ। ਉਹ ਲੈਟਰ ਕਿਵੇਂ ਅਪਲਾਈ ਕਰਨਾ ਹੈ, ਕਿਵੇਂ ਕਰਨਾ ਹੈ, ਇਹ ਅਪਕਮਿੰਗ ਡੇਜ਼ ਦੇ ਵਿੱਚ ਇਹਦੀ ਵੀ ਇਨਫੋਰਮੇਸ਼ਨ ਆ ਜਾਏਗੀ ਐਂਡ ਵੀ ਵਿਲ ਲੈਟ ਯੂ ਨੋ ਅਕੋਰਡਿੰਗਲੀ। ਸੈਕਿੰਡ ਜਿਹੜੀ ਮੇਜਰ ਚੇਂਜ ਕੀਤਾ ਉਹਨਾਂ ਨੇ, ਉਹ ਕੀਤਾ ਹੈ ਕਿ ਸਪਾਊਸ ਵਰਕ ਪਰਮਿਟਸ ਨੂੰ ਲੈ ਕੇ। ਹੁਣ ਬਹੁਤ ਸਾਰੇ ਬੱਚੇ ਸੀਗੇ ਜਿਹੜੇ +2 ਤੋਂ ਬਾਅਦ ਚਲੇ ਜਾਂਦੇ ਸੀਗੇ ਐਂਡ ਆਪਣੇ ਸਪਾਊਸ ਨੂੰ ਇਨਵਾਈਟ ਕਰ ਲੈਂਦੇ ਸੀਗੇ ਡਿਊਰਿੰਗ ਸਟੱਡੀਜ਼, ਐਂਡ ਈਵਨ ਕੁਝ ਲਾਸਟ ਮੰਥਸ ਦੇ ਵਿੱਚ ਕੀ ਹੋ ਰਿਹਾ ਸੀਗਾ ਕਿ ਨਾਲ ਹੀ ਬੱਚੇ ਅਪਲਾਈ ਕਰ ਰਹੇ ਸੀਗੇ, ਨਾਲ ਹੀ ਵੀਜ਼ਾ ਮਿਲ ਰਿਹਾ ਸੀਗਾ। ਜਸਟ ਫॉर दैट ਥਿੰਗ ਉਹਨਾਂ ਨੇ ਕੀ ਕੀਤਾ ਹੈ ਕਿ ਜਿਹੜੇ ਸਟੂਡੈਂਟਸ ਹੁਣ ਫਿਊਚਰ ਦੇ ਵਿੱਚ ਮਾਸਟਰਸ ਔਰ PhD ਲਈ ਜਾਣਗੇ, ਉਹ ਡਿਊਰਿੰਗ ਸਟੱਡੀਜ਼ ਆਪਣੇ ਸਪਾਊਸ ਨੂੰ ਇਨਵਾਈਟ ਕਰ ਸਕਦੇ ਆ ਫॉर ਦੀ ਓਪਨ ਵਰਕ ਪਰਮਿਟ। ਅਦਰਵਾਈਜ਼ ਜਿਹੜੇ ਸਟੂਡੈਂਟਸ ਮਾਸਟਰਸ ਜਾਂ PhD ਪ੍ਰੋਗਰਾਮ ਹੋਲਡਰਸ ਨਹੀਂ ਹੈਗੇ, ਉਹਨਾਂ ਨੂੰ ਆਪਣਾ ਡਿਪਲੋਮਾ ਜਾਂ ਜੋ ਵੀ ਉਹਨਾਂ ਨੇ ਸਟੱਡੀ ਕੀਤੀ ਹੈ ਉਹ ਕੰਪਲੀਟ ਕਰਕੇ ਵਰਕ ਪਰਮਿਟ ਤੇ ਆਣਾ ਪਏਗਾ। ਉਸ ਤੋਂ ਬਾਅਦ ਹੀ ਉਹ ਆਪਣੇ ਸਪਾਊਸ ਨੂੰ ਇਨਵਾਈਟ ਕਰ ਸਕਦੇ। ਮੀਨਸ if a student is going for 2 years diploma program in any of the college, main campus or any of the university or anything, then ਉਹਨੂੰ 2 years course complete ਕਰਨ ਤੋਂ ਬਾਅਦ ਜਦੋਂ ਉਹਨੂੰ 3 years ਦਾ work permit ਮਿਲੇਗਾ, in between that time period ਉਹ ਆਪਣੇ spouse ਨੂੰ invite ਕਰ ਸਕੇਗਾ। So you need to make sure ਕਿ ਜਿਹੜਾ college ਤੁਸੀਂ ਲੈ ਰਹੇ ਹੋ, ਜਿਹੜਾ 2 years ਦੀ study ਜਿੱਥੇ complete ਕਰੋਗੇ, ਉਹ ਇਦਾਂ ਦਾ college ਹੋਵੇ ਜਿੱਥੇ ਤੁਹਾਨੂੰ ਵੀ work permit ਮਿਲੇ, so that ਤੁਸੀਂ ਆਪਣੇ spouse ਨੂੰ invite ਕਰ ਸਕੋ, right? ਫਿਲਹਾਲ ਇਹ ਜਿਹੜਾ ਰੂਲ ਹੈ ਅਪਕਮਿੰਗ ਮੰਥਸ ਦੇ ਵਿੱਚ ਐਪਲੀਕੇਬਲ ਹੋਏਗਾ। ਤੁਸੀਂ ਜੇ ਆਪਣੀ ਫਾਈਲ ਲੌਂਚ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਬਟ ਦ ਚਾਂਸਸ ਆਫ ਵੀਜ਼ਾ ਵਿਲ ਬੀ 50-50। ਵਿਲ ਰਿਕਮੈਂਡ ਕਿ ਤੁਸੀਂ ਫॉर द टाइम ਜੇ ਕਰਨਾ ਚਾਹੁੰਦੇ ਹੋ then you can face rejection as well। तो 100% श्योरिटी नहीं लेके चलना। if you are thinking to launch you can, but the chances will be 50-50। all right, now the third ਜਿਹੜਾ ਚੇਂਜ ਉਹਨਾਂ ਨੇ ਮੇਜਰ ਕੀਤਾ ਹੈ that was ਕਿ ਸਟੂਡੈਂਟਸ ਨੂੰ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਿੰਨੇ ਦਾ ਮਿਲੇਗਾ, ਕਿਵੇਂ ਮਿਲੇਗਾ। ਸਟੂਡੈਂਟਸ ਨੂੰ ਇਹ ਡਾਊਟ ਹੈ ਕਿ ਡਿਪਲੋਮਾ ਵਾਲਿਆਂ ਨੂੰ ਤਾਂ ਵਰਕ ਪਰਮਿਟ ਮਿਲਣਾ ਹੀ ਨਹੀਂ ਹੈ। ਨੋ, ਇਟ ਇਜ਼ ਨਾਟ ਲਾਈਕ ਦੈਟ। ਜਿਹੜੇ ਸਟੂਡੈਂਟਸ ਮਾਸਟਰਸ ਕਰ ਰਹੇ ਨੇ ਜਾਂ PhD ਕਰ ਰਹੇ ਨੇ, ਚਾਹੇ ਗ੍ਰੈਜੂਏਟ ਸਰਟੀਫਿਕੇਟ ਕਰ ਰਹੇ ਨੇ, ਉਹਨਾਂ ਨੂੰ 3 ਇਅਰਸ ਦਾ ਵਰਕ ਪਰਮਿਟ ਮਿਲੇਗਾ ਹੀ ਮਿਲੇਗਾ, ਰਾਈਟ। ਜਿਹੜੇ ਸਟੂਡੈਂਟ ਅੰਡਰ ਗ੍ਰੈਜੂਏਟ ਸਟੱਡੀ ਲਈ ਗਏ ਨੇ ਐਂਡ ਉਹ ਕੋਈ ਪਬਲਿਕ ਪ੍ਰਾਈਵੇਟ ਕਰਿਕੂਲਮ ਵਾਲੇ ਕਾਲਜ ਦੇ ਵਿੱਚ ਨਹੀਂ ਪੜ੍ਹ ਰਹੇ, ਉਹਨਾਂ ਨੂੰ ਵੀ 3 ਇਅਰਸ ਦਾ ਵਰਕ ਪਰਮਿਟ ਮਿਲੇਗਾ ਹੀ ਮਿਲੇਗਾ। ਇਹ ਸਿਰਫ ਵਰਕ ਪਰਮਿਟ ਉਹਨਾਂ ਨੂੰ ਨਹੀਂ ਮਿਲਣਾ ਜਿਹੜੇ ਸਟੂਡੈਂਟ ਪ੍ਰਾਈਵੇਟ ਕਾਲਜ ਦੇ ਵਿੱਚ ਪੜ੍ਹ ਰਹੇ ਸੀਗੇ ਬਟ ਉਹਨਾਂ ਦਾ ਜਿਹੜਾ ਕਰਿਕੂਲਮ ਸੀ ਉਹ ਪਬਲਿਕ ਵਾਲਾ ਸੀਗਾ, ਲਾਈਕ ਨਾਇਗਰਾ ਟੋਰਾਂਟੋ, ਫਲੈਮਿੰਗ ਟੋਰਾਂਟੋ, ਫੈਂਸ਼ੂਏ ਟੋਰਾਂਟੋ ਐਂਡ ਮੈਨੀ ਮੋਰ। ਸੋ ਦਿਸ ਵਿਲ ਬੀ ਦ ਕ੍ਰਾਈਟੇਰੀਆ। ਇਸ ਤੋਂ ਬਾਅਦ ਹੁਣ ਬਹੁਤ ਸਾਰੇ ਸਟੂਡੈਂਟਸ ਦੀ ਇਹ ਕੁਐਰੀ ਹੈ ਕਿ ਸਿਰਫ ਆਪਾਂ ਯੂਨੀਵਰਸਿਟੀਜ਼ ਦੇ ਵਿੱਚ ਹੀ ਜਾਈਏ, ਬੈਚਲਰ ਡਿਗਰੀ ਦੇ ਵਿੱਚ ਹੀ ਐਡਮਿਸ਼ਨ ਲਈਏ, ਜਾਂ ਫਿਰ ਜੇ ਆਪਾਂ ਕਾਲਜ ਦੇ ਵਿੱਚ ਲੈਂਦੇ ਆ ਤੇ ਸਾਨੂੰ ਵੀਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ। ਸੋ ਦਿਸ ਵਿਲ ਬੀ ਨਾਟ ਦ ਕੇਸ ਕਿ ਤੁਹਾਨੂੰ ਕਾਲਜ ਦੇ ਵਿੱਚ ਵੀਜ਼ਾ ਮਿਲਣਾ ਹੀ ਨਹੀਂ ਹੈ, ਸਿਰਫ ਡਿਗਰੀ ਦੇ ਵਿੱਚ ਹੀ ਐਡਮਿਸ਼ਨ ਲੈਣੀ ਪਏਗੀ ਤਾਂ ਹੀ ਵੀਜ਼ਾ ਮਿਲੇਗਾ, ਇਦਾਂ ਦਾ ਕੁਝ ਵੀ ਨਹੀਂ ਹੈ। ਸਟਿਲ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਹੈ ਅਪਲਾਈ ਕਰ ਸਕਦੇ ਹੋ, ਬਟ ਡੂ ਨਾਟ ਪੇ ਦ ਫੀਸ ਅੰਟਿਲ ਦ ਨਿਊ ਰੂਲਸ ਕਮ, ਲਾਈਕ ਕਿ ਕਿਹੜੇ ਕਾਲਜ ਦੇ ਕੋਲ ਕਿੰਨੀ ਸੀਟਸ ਅਲਾਟ ਕੀਤੀਆਂ ਗਈਆਂ ਨੇ ਉਹਦੀ ਇਨਫੋਰਮੇਸ਼ਨ ਹਜੇ ਆ ਜਾਣ ਤੋਂ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਫੀਸਿਸ ਪੇ ਕਰਨਾ ਤੇ ਉਸ ਤੋਂ ਬਾਅਦ ਹੀ ਆਪਣੀ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਕਰਨਾ। ਵੈਸੇ ਵੀ ਤੁਸੀਂ 31 ਮਾਰਚ 2024 ਤੋਂ ਪਹਿਲਾਂ ਆਪਣੀ ਵੀਜ਼ਾ ਐਪਲੀਕੇਸ਼ਨ ਲਾਂਚ ਕਰ ਹੀ ਨਹੀਂ ਸਕਦੇ, ਕਿਉਂਕਿ ਦ ਐਮਬੈਸੀ ਹੈਜ਼ ਸਟੇਟਡ ਆਲਰੇਡੀ ਕਿ ਉਸ ਤੋਂ ਪਹਿਲਾਂ ਅਸੀਂ ਜਿਹੜੇ ਵੀ ਚੇਂਜਸ ਹੈ ਉਸ ਸਿਸਟਮ ਦੇ ਵਿੱਚ ਕਰਾਂਗੇ ਤੇ ਉਸ ਤੋਂ ਬਾਅਦ ਹੀ ਤੁਸੀਂ ਲਾਂਚ ਕਰ ਪਾਓਗੇ। ਸੋ ਥੀਸ ਆਰ ਦੀ ਥਿੰਗਸ, ਐਂਡ ਮੈਨੂੰ ਲੱਗਦਾ ਹੈ ਕਿ ਬੈਟਰਮੈਂਟ ਲਈ ਹੈ, ਬਹੁਤ ਸਾਰੇ ਸਟੂਡੈਂਟਸ ਦੀ ਬੈਟਰਮੈਂਟ ਹੋਏਗੀ ਇਹਦੇ ਤੋਂ। ਐਂਡ ਸੋ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਜਿਹੜੇ ਸਟੂਡੈਂਟਸ ਪ੍ਰਾਈਵੇਟ ਕਾਲਜ ਦੇ ਵਿੱਚ ਗਏ ਸੀਗੇ, ਲਾਈਕ ਬਹੁਤ ਸਾਰੇ ਇਦਾਂ ਦੇ ਕਾਲਜ ਦੇ ਵਿੱਚ ਗਏ ਸੀਗੇ ਜਿਨ੍ਹਾਂ ਨੇ ਯੂਨੀਵਰਸਿਟੀ ਚੇਂਜ ਕਰਨੀ ਸੀਗੀ ਜਾਂ ਕੋਈ ਗਵਰਨਮੈਂਟ ਕਾਲਜ ਚੇਂਜ ਕਰਨਾ ਸੀਗਾ, ਦੇ ਵਿਲ ਬੀ ਲਾਈਕ ਕਿ ਉਹਨਾਂ ਨੂੰ ਹੁਣ ਕਿਹੜੇ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਹੈ, ਬਿਕਾਜ਼ ਦੇ ਆਲ ਵਰ ਪਲੈਨਿੰਗ ਕਿ ਅਸੀਂ ਟੋਰਾਂਟੋ ਜਾਂ ਮਿਸਿਸਾਗਾ ਕੋਈ 2 ਡੇਜ਼ ਵਾਲਾ ਕਾਲਜ ਲੈ ਲਾਂਗੇ ਤੇ ਉਸ ਤੋਂ ਬਾਅਦ 3 ਇਅਰਸ ਦਾ ਵਰਕ ਪਰਮਿਟ ਐਂਡ ਦੈਨ ਦੇ ਵਿਲ ਬੀ ਗੁੱਡ ਟੂ ਗੋ। ਨੋ, now you all have the options to go for Alberta, Saskatchewan, Winnipeg and New Brunswick and then Newfoundland, Labrador, ਇਦਾਂ ਦੀ ਸਟੇਟਸ ਦੇ ਵਿੱਚ ਹੀ ਅਪਲਾਈ ਕਰਨਾ ਸੋ ਦੈਟ ਤੁਹਾਨੂੰ ਈਜ਼ੀਲੀ ਉੱਥੇ ਵਰਕ ਅਪੋਰਚੁਨਿਟੀਜ਼ ਵੀ ਮਿਲਣ ਐਂਡ PR ਵੀ ਮਿਲੇ। ਡੂ ਨਾਟ ਗੋ ਫॉर ਬ੍ਰਿਟਿਸ਼ ਕੋਲੰਬੀਆ ਔਰ ontario ਅਗੇਨ, ਬਿਕਾਜ਼ ਜੇ ਤੁਸੀਂ ਅਗੇਨ ਉੱਥੇ ਜਾਓਗੇ then again the PR process will take 6 to 7 years and you will be all done। ਸੋ ਗਾਈਜ਼, ਇਨ ਕੇਸ ਤੁਹਾਨੂੰ ਇਸ ਤੋਂ ਰਿਲੇਟਡ ਕੋਈ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਆਫਿਸ ਵਿਜ਼ਿਟ ਕਰੋ, ਤੁਸੀਂ ਕਾਲ ਤੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਐਂਡ ਅਕੋਰਡਿੰਗਲੀ ਆਪਣਾ ਡਿਸੀਜਨ ਫਾਈਨਲਾਈਜ਼ ਕਰ ਸਕਦੇ ਹੋ। ਥੈਂਕ ਯੂ ਸੋ ਮਚ, ਬਾਏ ਬਾਏ।